आयुर्नश्यति पश्यतां प्रतिधनं जाति क्षयं यौवनम् प्रत्यायान्ति गता पुनर्न दिवसा कालो जगद्भक्षकः लक्ष्मीस्तोय तरंग भंग चपला विद्युत चलम जीवितम तस्मान्मा शरणागतम शरणद त्वां रक्षाधुना शरणद त्वां रक्षाधुना। गुरु प्यारिओ, ਆਪਾਂ ਮਹਾਨ ਵਿਦਵਾਨ निर्मल भेख भूषण पंडित गुलाब सिंह जी कृत मोक्ष पंथ प्रकाश के पहले निवास के 38वें दोहे ਨੂੰ श्रवण ਕਰਨ ਜਾ ਰਹੇ ਹਾਂ। ਇੱਥੇ ਗ੍ਰੰਥ ਦੀ ਪ੍ਰਾਰੰਭਤਾ ਹੈ। ਇਦੋਂ ਪਹਿਲਾਂ ਅਨੁਬੰਧ ਚਤੁਸ਼ਟੇ ਤੇ ਗ੍ਰੰਥ ਬਾਰੇ ਗ੍ਰੰਥਾਕਾਰ ਨੇ ਦੱਸਿਆ। ਦੋਹਾ ਗ੍ਰੰਥਾਕਾਰ ਦੱਸਦੇ ਹੈ ਵੀ ਇਹਦੇ ਵਿੱਚ ਮੈਂ ਕਿਸ ਢੰਗ ਨਾਲ ਵਰਣਨ ਕੀਤਾ ਹੈ। ਇੱਕ ਤਟਸਥ ਹੈ, ਉਹ ਖੜਾ ਦੇਖਦਾ ਹੈ। ਇੱਕ ਪੂਰਵ ਪਕਸ਼ੀ ਗੱਲ ਕਹਿੰਦਾ ਹੈ, ਉਹਦੀ ਗੱਲ ਨੂੰ ਸਿਧਾਂਤੀ ਉਹਦਾ ਉੱਤਰ ਦਿੰਦਾ ਹੈ। ਜਿਹੜਾ ਉਹਨਾਂ ਵਿੱਚ ਗਲਤ ਹੁੰਦਾ ਉਹਨੂੰ ਦੱਸ ਦਿੰਦਾ, ਭਾਈ ਤੂੰ ਗਲਤ ਹੈ, ਤੂੰ ਰੋਂਗ ਹੈ, ਤੂੰ ਹਾਰ ਗਿਆ, ਤੂੰ ਜਿੱਤ ਗਿਆ। ਤਟਸਥ ਖੜਾ ਹੋਇਆ, ਜਿਵੇਂ ਸ਼ਾਸਤਰਾਂ ਦੇ ਵਿੱਚ ਵਰਣਨ ਹੈ, ਇਸੇ ਢੰਗ ਨਾਲ ਗ੍ਰੰਥਾਕਾਰ ਨੇ ਇੱਥੇ ਵਰਣਨ ਕੀਤਾ। ਉਹ ਖੜਾ ਹੋਇਆ, ਤਟਸਥ ਹੋ ਕੇ ਸੁਣ ਰਿਹਾ, ਦੱਸ ਰਿਹਾ ਉਹਨੂੰ ਵੀ ਤੂੰ ਰੋਂਗ ਹੈ, ਤੂੰ ਗਲਤ ਹੈ, ਦੋਨਾਂ ਦੀਆਂ ਗੱਲਾਂ ਸੁਣ ਰਿਹਾ। ਇਸ ਲਈ ਤਟਸਥ ਇੱਥੇ ਸ਼ਬਦ ਜਿਹੜਾ ਤਟਸਥ ਆਉਂਦਾ, ਉਹ ਤਟਸਥ ਦਾ ਅਰਥ ਇੱਥੇ ਇਹ ਹੈ। ਇਹ ਗੱਲ ਆਪਣੇ ਧਿਆਨ 'ਚ ਰੱਖਣ ਵਾਲੀ ਹੈ ਵੀ ਜਿਹੜਾ ਤਟਸਥ ਸ਼ਬਦ ਜਿੱਥੇ ਵੀ ਪ੍ਰਯੋਗ ਹੋਊਗਾ, ਤਟਸਥ ਦਾ ਅਰਥ ਹੁੰਦਾ ਸਾਖੀ, ਦੇਖਣ ਵਾਲਾ, ਕੋਲੇ ਖੜਨ ਵਾਲਾ, ਜਾਂ ਕਹਿ ਲਓ ਤੁਸੀਂ ਆਪਾਂ ਜਿਵੇਂ ਗ੍ਰੰਥਾਕਾਰ ਇਹਦੇ ਵਿੱਚ ਸਾਰਾ ਹੀ ਵਰਣਨ ਆ ਜਾਣਾ, ਇਸੇ ਨਾ ਦੋਹੇ ਦੇ ਵਿੱਚ ਹੀ ਆ ਜਾਣਾ ਬਹੁਤ ਕੁਝ। कहूँ कहूँ तटस्थ मुख पूरब उधर उत्तर बाद प्रकट हेतु जामे कहो समझ होए निर्बाध। ग्रंथाकार कहते भी तटस्थ कहूँ 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 तटस्थ मुख कहते बाद की गल चलती है, प्रतिवादी की गल चलती है। ਤੇ ਜਿਹੜੇ ਸਭਿਆ ਜਾਣਾ ਹੈ, ਸਥਿਰ ਬੁੱਧੀ ਵਾਲੇ ਹੈ, ਸਿਆਣੇ ਲੋਕ ਹੈ, ਉਹ ਸਾਰੇ ਹੀ ਜੀਵ ਤੇ ਬ੍ਰਹਮ ਦੀ ਏਕਤਾ ਦੀ ਗੱਲ ਕਰਦੇ ਆ। ਪਰ ਜਿਹੜਾ ਪੂਰਵ ਪ੍ਰਤੀਪਕਸ਼ ਹੈ, ਪੂਰਵ ਪਕਸ਼ ਹੈ, ਉਹ ਉਸ ਦੀ ਗੱਲ ਨੂੰ ਮੰਨਦਾ ਨਹੀਂ, ਉਹਦੇ ਅੰਦਰ ਸ਼ਰਧਾ ਨਹੀਂ ਹੈ। ਇਸ ਲਈ ਇੱਕ ਤੇ ਗੱਲ ਜੀਵ ਬ੍ਰਹਮ ਦੀ ਏਕਤਾ ਦੀ ਗੱਲ ਕਰਨ ਵਾਲਾ ਹੈ, ਜੀਵ ਬ੍ਰਹਮ ਏਕ ਹੈ। ਇੱਕ ਕਹਿਣ ਵਾਲਾ ਵੀ ਜੀਵ ਬ੍ਰਹਮ ਏਕ ਨਹੀਂ, ਅਲੱਗ-ਅਲੱਗ ਹੈ। ਇਸ ਲਈ ਦੋ ਜਿਹੜੇ ਦਲ ਹੈ, ਦੋ ਜਿਹੜੀਆਂ ਕੜੀਆਂ ਹੈ, ਦੋ ਜਿਹੜੀਆਂ ਕੋਟੀਆਂ, ਦੋ ਜਿਹੜੇ ਢੰਗ ਦੇ ਲੋਕ ਹੈ, ਉਹ ਇੱਥੇ ਆ ਕੇ ਖੜੇ ਹੋ ਗਏ ਹਨ। ਇੱਕ ਦਾ ਨਾਮ ਹੈ ਪੂਰਵ ਪਕਸ਼ੀ, ਇੱਕ ਦਾ ਨਾਮ ਹੈ ਸਿਧਾਂਤੀ। ਗ੍ਰੰਥਾਕਾਰ ਕਹਿੰਦੇ ਇਸ ਗ੍ਰੰਥ ਦੇ ਵਿੱਚ ਇਸ ਢੰਗ ਦੀ ਮੈਂ ਸੰਰਚਨਾ ਕੀਤੀ ਹੈ, ਰਚਨਾ ਕੀਤੀ ਹੈ। ਪ੍ਰਤੀਵਾਦੀ ਜਿਹੜਾ ਹੈ ਉਹ ਵਿਚਾਰ ਕਰਦਾ ਹੈ ਤੇ ਆਪਣੀ ਪ੍ਰਕਿਰਤੀ, ਆਪਣੀ ਸਿਆਣਪ, ਆਪਣਾ ਜਿਹੜਾ ਉਹਦੇ ਬਾਰੇ ਵਰਣਨ ਕਰ ਦਿੰਦਾ ਹੈ। ਜਦੋਂ ਪੂਰਵ ਪਕਸ਼ੀ ਪਕਸ਼ ਕਰਦਾ ਹੈ, ਆਪਦਾ ਪੁੱਛਦਾ ਹੈ, ਤੇ ਸਿਧਾਂਤੀ ਉਹਦਾ ਅਨੁਵਾਦ ਕਰਕੇ ਉਹਦਾ ਉੱਤਰ ਦਿੰਦਾ ਹੈ ਸਿਧਾਂਤ ਅਨੁਸਾਰ, ਵੇਦ ਸ਼ਾਸਤਰ ਅਨੁਸਾਰ। ਉਹ ਕੋਸ਼ਿਸ਼ ਕਰਦਾ ਹੈ ਵੀ ਜਿਹੜਾ ਪੂਰਵ ਪਕਸ਼ ਨੇ ਸੁਣਿਆ ਮੈਂ ਉਹਦਾ ਸਹੀ ਉੱਤਰ ਦੇਵਾਂ। ਤੇ ਜੇ ਉਹਨਾਂ ਨੂੰ, ਜੇ ਤਾਂ ਮੰਨ ਲਓ ਸਿਧਾਂਤੀ ਉਹਨੂੰ ਸਿੱਧ ਕਰ ਦਿੰਦਾ ਹੈ ਤਾਂ ਫਿਰ ਜਿਹੜਾ ਤਟਸਥ ਹੈ ਉਹਨੂੰ ਕਹਿ ਦਿੰਦਾ ਵੀ ਠੀਕ ਹੈ। ਤੇ ਜੇ ਉਹ ਤੋਂ ਸਿੱਧ ਨਹੀਂ ਹੁੰਦਾ ਤੇ ਫਿਰ ਉਹ ਕਹਿ ਦਿੰਦਾ ਵੀ ਤਟਸਥ ਜਿਹੜਾ ਵੀ ਤੂੰ ਜਿਹੜਾ ਹਾਰ ਗਿਆ ਉਹ ਹਾਰ ਜਾਂਦਾ, ਭਾਈ ਤੇਰੇ ਕੋਲ ਇੱਥੇ ਸਿੱਧ ਨਹੀਂ ਹੋਇਆ, ਇਸ ਲਈ ਤੂੰ ਹੁਣ ਹਾਰਿਆਂ ਵਿੱਚ ਗਿਣਿਆ ਜਾਏਗਾ। ਇਸ ਲਈ ਤਟਸਥ ਦਾ ਅਰਥ ਇੱਥੇ ਇਹੀ ਹੈ ਵੀ ਤਟਸਥ ਰਹਿ ਕੇ ਬੰਦਾ, ਤਟਸਥ ਰਹਿ ਕੇ ਸਿਧਾਂਤਾਂ ਨੂੰ ਸੁਣ ਕੇ, 5 ਅਧਿਆਇਆਂ ਦੇ ਵਿੱਚ ਗ੍ਰੰਥਾਕਾਰ ਕਹਿੰਦੇ ਜਿਹੜਾ ਨਾ ਪ੍ਰਗਟ ਹੋਏ ਜਾਂ ਮੈਂ ਕਹੂੰ, ਇਹਨਾਂ 5 ਅਧਿਆਇਆਂ ਦੇ ਵਿੱਚ ਹੀ ਜੋ ਕੁਝ ਮੈਂ ਵਰਣਨ ਕੀਤਾ, ਸਮਝ ਹੋਏ ਨਿਰਬਾਧ। ਵੀ ਇਹਦੇ ਵਿੱਚ ਉਹ ਕਹਿੰਦੇ ਵੀ ਮੈਂ ਕੋਸ਼ਿਸ਼ ਕੀਤੀ ਹੈ ਵੀ ਸਾਰਿਆਂ ਦੀ ਸਮਝ ਦੇ ਵਿੱਚ ਨਿਰਬਾਧ ਭਾਵ ਸੁਖੈਨ ਢੰਗ ਦੇ ਨਾਲ, ਸੌਖੇ ਢੰਗ ਦੇ ਨਾਲ ਸਾਰਿਆਂ ਨੂੰ ਇਹ ਪਤਾ ਲੱਗ ਜਾਵੇ ਵੀ ਇਹਦੇ ਵਿੱਚ ਉੱਤਰ ਪੱਖ ਪੂਰਵ ਪੱਖ ਕੀ ਕਹਿੰਦਾ। ਇਸ ਲਈ ਸਾਰਾ ਗ੍ਰੰਥਾਕਾਰ ਨੇ ਇੱਥੇ ਜਿਹੜਾ ਪੰਡਿਤ ਗੁਲਾਬ ਸਿੰਘ ਜੀ ਨੇ ਅਸ਼ੰਕਾਵਾਂ ਤੇ ਉਹਨਾਂ ਦਾ ਸਮਾਧਾਨ, ਪੂਰਵ ਪਕਸ਼ੀ ਤੇ ਸਿਧਾਂਤੀ, ਇਹਨਾਂ ਦੋਨਾਂ ਦਾ ਜਿਹੜਾ ਗੱਲ ਕੀਤੀ ਹੈ, ਇਹਦੇ ਵਿੱਚ ਵਰਣਨ ਕੀਤਾ। ਨਨੂ ਦੇ ਨਾਲ ਵੀ ਅੱਗੇ ਸ਼੍ਰਵਣ ਕਰਾਂਗੇ ਆਪਾਂ, ਨਨੂ ਵਾਸਤੇ ਵੀ ਆਉਂਦਾ
ਤੇ ਤਟਸਥ ਦਾ ਅਰਥ ਕਹਿੰਦੇ ਆ ਵੀ ਪੂਰਵ ਪਕਸ਼ੀ ਦੇ ਉੱਪਰ ਜਿਹੜੀ ਆਸ਼ੰਕਾ ਸ਼ਰਵਣ ਕਰਕੇ ਉਹਦਾ ਅਨੁਵਾਦ ਰੂਪ ਦੇ ਵਿੱਚ ਮਧਿਅਸਥ ਹੋ ਕੇ ਨਾ ਉਹਦਾ ਦੱਸਣ ਵਾਲਾ ਤਟਸਥ ਹੁੰਦਾ। ਜੇ ਕੋਈ ਜਾਣੀ ਵਿਚਾਲੇ ਖੜਾ ਬੰਦਾ ਦੋਨਾਂ ਦੀਆਂ ਗੱਲਾਂ ਸੁਣ ਕੇ ਇੱਕ ਦੂਜੇ ਦੀ ਗੱਲ ਨੂੰ ਦੱਸ ਦੇ ਉਹਨੂੰ ਵੀ ਤੂੰ ਭਾਈ ਐਂ ਕਿਹਾ ਸੀ, ਤੂੰ ਐਂ ਕਿਹਾ ਸੀ, ਹੁਣ ਤੂੰ ਐਂ ਨਾ ਬਦਲ, ਉਹ ਤਟਸਥ ਨੂੰ ਤਟਸਥ ਕਿਹਾ ਜਾਂਦਾ। ਸਵਈਆ ਵੇਦ ਬਹੀਨ ਸੋ ਮੋਹ ਅਧੀਨ, ਸਦਾ ਨਰ ਆਪਨ ਰੂਪ ਭੁਲਾਨੈ, ਈਸ ਸੋ ਜੀਵ ਵਿਸ਼ੇ ਸੁਨਿਓ, ਬਹੁ ਭੇਦ ਕਾਇ ਨਾਹਿ ਤਤੁ ਪਛਾਨੈ, ਕਾਰਨ ਮਾਹਿ ਵਿਵਾਦ ਸਦਾ ਪੁਨੀ, और सो और है पांत बखानै, ताहि निवार सदा सुख सार, सो आत्म रूप निरंतर जानै। ग्रंथाकार कहते वेद विहीन सो मोह अधीन, वेद ज्ञान तो विहीन जेड़ा पुरुष है, विद ज्ञाने धातु है, ਗਿਆਨ ਤੋਂ ਵਿਹੀਨ ਜਿਹੜਾ ਪੁਰਸ਼ ਹੈ, ਜਿਹਨੂੰ ਗਿਆਨ ਦੀ ਸੋਝੀ ਨਹੀਂ, ਗਿਆਨ ਦੁਆਰਾ ਜੋ ਈਸ਼ਵਰ ਨੂੰ ਪ੍ਰਾਪਤੀ ਦਾ ਮਾਰਗ ਅਖਤਿਆਰ ਨਹੀਂ ਕਰਦਾ, ਉਹ ਮੋਹ ਦੇ ਅਧੀਨ ਹੈ। ਵੇਦ ਵਿਹੀਨ ਸੋ ਮੋਹ ਅਧੀਨ, ਉਹ ਮੋਹ ਦੇ ਅਧੀਨ ਹੈ। ਸਦਾ ਨਰ ਆਪਨ ਰੂਪ ਬੁਲਾਨਾ, ਕਹਿੰਦੇ ਪੁਰਸ਼ ਆਪਣਾ ਰੂਪ ਹੀ ਭੁਲਾਉਂਦਾ ਰਹਿੰਦਾ, ਆਪਣੇ ਰੂਪ ਨੂੰ ਹੀ ਭੁੱਲ ਜਾਂਦਾ ਹੈ, ਕਿਉਂਕਿ ਉਹਦੇ ਕੋਲ ਗਿਆਨ ਨਹੀਂ ਆਇਆ। ਆਪਣੇ ਆਪ ਨੂੰ ਪਹਿਚਾਨਣ ਦਾ ਚਸ਼ਮਾ ਉਹਦੇ ਕੋਲ ਨਹੀਂ ਹੈ, ਆਪਣੇ ਆਪ ਨੂੰ ਜਾਣਨ ਦੀ ਬੁੱਧੀ ਉਹਦੇ ਕੋਲ ਨਹੀਂ ਹੈ, ਆਪਣੇ ਆਪ ਨੂੰ ਦੇਖਣ ਦਾ ਨਜ਼ਰੀਆ ਗਿਆਨ ਉਸਦੇ ਕੋਲ ਨਹੀਂ ਹੈ। ਇਸ ਕਰਕੇ ਉਹਨੇ ਆਪਣੇ ਆਪ ਨੂੰ ਪਛਾਣ ਲਿਆ, ਭੁਲਾ ਲਿਆ, ਆਪਣੀ ਪਛਾਣ ਨੂੰ ਹੀ ਭੁਲਾ ਬੈਠਾ। ਈਸ ਸੋ ਜੀਵ ਵਿਖੇ ਸੁਣੀਏ, ਬਹੁ ਭੇਦ ਕਹੇ ਨਹੀਂ ਤਤ ਪਛਾਨੇ, ਕਹਿੰਦੇ ਈਸ ਸੋ ਜੀਵ ਵਿਖੇ ਸੁਣੀਓ, ਈਸ਼ਵਰ ਵਾਹਿਗੁਰੂ ਕਹਿੰਦੇ ਹੈ ਜਿਹੜਾ ਉਹ ਜੀਵ ਦੇ, ਈਸ਼ਵਰ ਤੇ ਜੀਵ ਦੀ ਏਕਤਾ, ਈਸ਼ਵਰ ਤੇ ਜੀਵ ਦੀ ਏਕਤਾ ਜਿਹੜੀ ਹੈ, ਇਹਦੇ ਪ੍ਰਥਾਈ ਗ੍ਰੰਥਾਕਾਰ ਕਹਿੰਦੇ ਵੀ ਇਹ ਜਿਹੜਾ ਸੁਣਿਆ ਸੀ, ਬਹੁ ਭੇਦ ਕਹੇ ਨਹਿ ਤਤ ਪਛਾਨੈ, ਜੀਵ ਬ੍ਰਹਮ ਦੀ ਭੇਦਤਾ ਦੀਆਂ ਗੱਲਾਂ ਤੇ ਬਹੁਤ ਕਰਦਾ ਹੈ, ਪਰ ਤੱਤਵ ਨੂੰ, ਯਥਾਰਥ ਨੂੰ ਨਹੀਂ ਜਾਣ ਸਕਿਆ। ਭਾਵ ਇਹ ਕਹਿੰਦੇ ਵੀ ਉਹਦਾ ਜਿਹੜਾ ਯਥਾਰਥ ਨੂੰ ਇਹਨੇ ਜਾਣਨਾ ਸੀ, ਮੋਹ ਦੇ ਅਧੀਨ ਹੋਇਆ, ਉਹ ਯਥਾਰਥ ਨੂੰ ਜਾਣ ਨਹੀਂ ਸਕਿਆ, ਸਰਬਥਾ ਉਹ ਤੋਂ ਦੂਰ ਹੋ ਗਿਆ। ਇਸ ਲਈ ਗਿਆਨ ਤੋਂ ਰਹਿਤ ਵੇਦ ਦੇ ਤਾਤਪਰਿਆਂ ਨੂੰ ਨਾ ਜਾਣਨ ਵਾਲਾ ਭ੍ਰਮ ਗਿਆਨੀ ਹੋ ਗਿਆ, ਤੇ ਉਹ ਈਸ਼ਵਰ ਜਿਹੜਾ ਹੈ ਸਜਾਤੀ ਦੇ ਵਿੱਚ ਗ੍ਰੰਥਾਕਾਰ ਕਹਿੰਦੇ ਦੋ ਪਕਸ਼ੀ ਹੈ, ਜਿਵੇਂ ਈਸ਼ ਤੋਂ ਜੀਵ, ਯਾਨੀ ਈਸ਼ਵਰ ਤੇ ਜੀਵ, ਦੋ ਪੱਖ ਬਣਾ ਕੇ ਗੱਲ ਚੱਲਦੀ ਹੈ ਵੀ ਇੱਥੇ ਦੋ ਹੈ। ਪਰ ਇੱਥੇ ਗ੍ਰੰਥਾਕਾਰ ਨੇ ਇੱਕ ਐਗਜ਼ਾਮਪਲ ਦਿੱਤੀ ਹੈ ਛੋਟੀ ਜੀ। ਗ੍ਰੰਥਾਕਾਰ ਕਹਿੰਦੇ ਭੇਦ ਕਹੇ, ਈਸ਼ ਤੇ ਜੀਵ ਜਿਹੜਾ ਹੈ ਨਾ, ਇੱਕ ਬ੍ਰਿਕਸ਼ ਦੇ ਦੋ ਪੰਛੀ ਹੈ। ਕਈ ਵਾਰ ਇਹ ਗੱਲ ਕਹੀ ਜਾਂਦੀ ਹੈ, ਪੂਰਵ ਪਕਸ਼ੀ ਕਹਿ ਦਿੰਦੇ, ਐਸਾ ਭੇਦ ਪ੍ਰਤਿਪਾਦਨ ਸੁਰਤੀਆਂ ਦੇ ਵਿੱਚੋਂ ਸ਼੍ਰਵਣ ਹੁੰਦਾ, ਪਰ ਤਤ ਨਹਿ ਤਤ ਪਛਾਨੈ, ਸੁਰਤੀਆਂ ਦੇ ਤੱਤਵ ਨੂੰ ਨਹੀਂ ਪਛਾਣਦਾ। ਉਥੇ ਸੁਰਤੀ ਦਾ ਜਿਹੜਾ ਤਾਤਪਰ ਹੈ ਨਾ, ਉਹ ਹੈਗਾ ਮਰਮ ਨੂੰ ਜਾਣਨਾ ਨਹੀਂ, ਭਾਵ ਉਹਦਾ ਗ੍ਰੰਥਾਕਾਰ ਕਹਿੰਦੇ ਵਿਵਾਦ ਦੇ ਵਿੱਚ ਉਹ ਤਾਤਪਰਿਆ ਦੱਸਣ ਦਾ ਹੈ ਵੀ ਇੱਥੇ ਜੀਵ ਤੇ ਬ੍ਰਹਮ ਦੋ ਵਾਕਿਆਰਥ ਵਿੱਚ ਬੋਲੇ ਜਾਂਦੇ, ਪਰ ਵਾਸਤਵਿਕਤਾ ਇੱਕ ਹੈ। ਉੱਥੇ ਗ੍ਰੰਥਾਕਾਰ ਕਹਿੰਦੇ ਗੱਲ ਇਹ ਆਉਂਦੀ ਹੈ, ਵਿਖੇ ਸੁਣਿਓ ਬਹੁ ਭੇਦ ਕਹੇ, ਬਹੁ ਭੇਦ ਕਹੇ ਜਾਂਦੇ, ਜੀਵ ਬ੍ਰਹਮ ਦੇ ਭੇਦ ਨੂੰ ਗੱਲ ਕੀਤੀ ਜਾਂਦੀ ਹੈ, ਪਰ ਨਾ ਹੀ ਤੱਤ ਪਛਾਣੇ, ਤੱਤ ਨੂੰ ਨਹੀਂ ਪਛਾਣਦੇ। ਜਾਣੀ ਕਿਉਂਕਿ ਜੀਵ ਤੇ ਬ੍ਰਹਮ ਇੱਕ ਹੈ, ਤੱਤਵ ਤਾਂ ਇਹੀ ਹੈ ਨਾ, ਜੀਵ ਤੇ ਬ੍ਰਹਮ ਦੀ ਏਕਤਾ ਹੀ ਤੱਤਵ ਹੈ। ਕਾਰਨ ਮਾਹਿ ਵਿਵਾਦ ਸਦਾ, ਪੁਨ ਔਰ ਸੋ ਔਰੈ ਭਾਂਤ ਬਖਾਨੈ। ਹੁਣ ਕਾਰਨ ਹੋ ਗਿਆ ਹੇਤੂ,
ਕਹਿੰਦੇ ਜਗਤ ਦੇ ਵਿੱਚ ਕਾਰਨ ਕੀ ਹੈ? ਕਾਰਨ ਜਗਤ ਦਾ ਅਰਥਾਤ ਉਹਦਾ ਤਤ ਪਦਾਰਥ ਜਿਹੜਾ ਕਾਰਨ ਹੈ। ਤਤ ਪਦਾਰਥ ਕੌਣ ਹੋ ਗਿਆ? ਈਸ਼ਵਰ ਹੋ ਗਿਆ। ਤੇ ਸਦਾ ਹੀ ਪੁਨः ਵਿਵਾਦ ਦੇ ਵਿੱਚ ਰਹਿੰਦਾ ਹੈ। ਆਤਮਾ ਜਿਹੜਾ ਤਵਮ ਪਦਾਰਥ ਹੈ। ਤਤ ਤੇ ਤਵਮ, ਤਤ ਈਸ਼ਵਰ ਹੋ ਗਿਆ, ਤਵਮ ਆਤਮਾ ਹੋ ਗਈ, ਤੇ ਅਸੀਂ ਦਾ ਅਰਥ ਹੋ ਗਿਆ ਉਹਦੇ ਵਿੱਚ ਹਾਂ ਵਾਚਕ ਜਾਂ ਸਿੱਧ ਕਰਨ ਵਾਲਾ। ਗ੍ਰੰਥਾਕਾਰ ਕਹਿੰਦੇ ਕਾਰਨ ਮਾਹੇ ਵਿਵਾਦ ਸਦਾ। ਕਈ ਵਾਰ ਤੇ ਕਾਰਨ ਦੇ ਵਿੱਚ ਹੀ ਕਈ ਵਾਰ ਵਿਵਾਦ ਜਿਹੜਾ ਪੈਦਾ ਹੋ ਜਾਂਦਾ ਹੈ। ਪੁਨ ਔਰ ਸੋ ਔਰੈ ਭਾਂਤ ਬਖਾਨਾ, ਗੱਲ ਹੋਰ ਦੀ ਹੋਰ ਹੀ ਹੋਰ ਭਾਂਤ ਦੇ ਨਾਲ ਵਰਣਨ ਕੀਤੀ ਜਾਂਦੀ ਹੈ। ਵਾਸਤਵਿਕਤਾ ਕੁਝ ਹੋਰ ਹੁੰਦੀ ਹੈ ਤੇ ਵਰਣਨ ਉਹਦਾ ਹੋਰ ਢੰਗ ਨਾਲ ਕੀਤਾ ਜਾਂਦਾ ਹੈ। ਇਹਦੇ ਵਿੱਚ ਵੀ ਜਿਹੜਾ ਹੈ ਇੱਕ ਢੰਗ ਦਾ ਏਕ ਰੂਪਤਾ ਨਹੀਂ ਬਣਦੀ। ਏਕ ਰੂਪਤਾ ਹੋਣੀ ਚਾਹੀਦੀ ਸੀ, ਉਹ ਨਹੀਂ ਹੋਈ। ਕਾਰਨ ਕਰਕੇ ਵੀ ਕਈ ਵਾਰ ਵਿਰੋਧ ਬਣ ਜਾਂਦਾ ਹੈ। ਤਾਹੇ ਨਿਵਾਰ ਸਦਾ ਸੁਖ ਸਾਰ, ਸੋ ਆਤਮ ਰੂਪ ਨਿਰੰਤਰ ਜਨ। ਕਹਿੰਦੇ ਤਾਹੇ ਨਿਵਾਰ, ਜਦੋਂ ਇਸ ਬੁੱਧੀ ਨੂੰ ਤੁਸੀਂ ਤਿਆਗ ਦਿੱਤਾ, ਕਿਹੜੀ ਬੁੱਧੀ ਨੂੰ? ਜਿਹੜੀ ਵਾਸਤਵਿਕਤਾ ਤੋਂ ਪਾਸੇ ਜਾ ਕੇ ਗੱਲ ਕਰਦੀ ਹੈ। ਕਾਰਨ ਹੋਰ ਹੈ ਤੇ ਵਿਵਾਦ ਹੋਰ ਚੱਲੀ ਜਾਂਦਾ ਹੈ। ਮੂਲ ਗੱਲ ਹੋਰ ਹੈ, ਗੱਲ ਕਿਤੇ ਹੋਰ ਤੁਰੀ ਫਿਰਦੀ ਹੈ। ਉਸ ਬੁੱਧੀ ਨੂੰ ਤਿਆਗ ਕੇ ਤਾਹੇ ਨਿਵਾਰ ਸਦਾ ਸੁਖ ਸਾਰ, ਉਹਨੂੰ ਨਿਵਾਰ ਕੇ ਹੀ ਆਪਾਂ ਸਦਾ ਸੁਖ ਸਾਰ ਦੇ ਵਿੱਚ ਨਿਤ ਪਰਮਾਨੰਦ ਵਿੱਚ ਆ ਸਕਦੇ ਹਾਂ। ਨਹੀਂ ਤਾਂ ਆਤਮ ਰੂਪ ਨਿਰੰਤਰ ਜਾਣਾ, ਆਤਮ ਰੂਪ ਨਿਰੰਤਰ ਨੂੰ ਨਹੀਂ ਜਾਣ ਸਕਦੇ। ਜੇ ਉਹਨੂੰ ਨਿਵਾਰ ਦਿੱਤਾ ਫਿਰ ਹੀ ਆਤਮ ਰੂਪ ਦੇ ਵਿੱਚ ਨਿਰੰਤਰ ਈਸ਼ਵਰ ਦੀ ਜੋਤ ਨੂੰ, ਜੀਵ ਬ੍ਰਹਮ ਏਕਤਾ ਨੂੰ ਆਪਾਂ ਜਾਣ ਸਕਦੇ ਹਾਂ। ਜੀਵ ਬ੍ਰਹਮ ਏਕਤਾ ਦੀ ਪਰਿਭਾਸ਼ਾ ਨੂੰ